ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ। ਮਨੁੱਖ ਜਿੱਥੇ ਸਰੀਰਕ ਰੋਗ ਮਨੁੱਖ ਨੂੰ ਚੁੰਮੜੇ ਹੋਏ ਨੇ, ਉੱਥੇ ਕੁਝ ਮਾਨਸਿਕ ਰੋਗ ਵੀ ਹਨ, ਜਿਨ੍ਹਾਂ ਵਿੱਚੋਂ ਚਿੰਤਾ ਨੂੰ ਸਭ ਤੋਂ ਵੱਡਾ ਰੋਗ ਮੰਨਿਆ ਮਾਨਸਿਕ ਰੋਗਾਂ ਵਿੱਚੋਂ। ਤੇ ਕੁਝ ਵਿਦਵਾਨਾਂ ਨੇ ਚਿੰਤਾ ਦੀ ਜਿਹੜੀ ਤੁਲਨਾ ਹੈ ਉਹ ਚਿਤਾ ਦੇ ਨਾਲ ਕੀਤੀ ਹੈ, ਵੀ ਚਿੰਤਾ ਚਿਤਾ ਦੇ ਸਮਾਨ ਹੈ। ਚਿੰਤਾ ਕਰਨ ਦੇ ਨਾਲ ਬਣਦਾ ਕੁਝ ਨਹੀਂ, ਨਾ ਕਿਸੇ ਦਾ ਕੁਝ ਬਣਿਆ, ਪਰ ਮਨੁੱਖ ਫਿਰ ਵੀ ਚਿੰਤਾ ਵਿੱਚ ਜੀਵਨ ਬਤੀਤ ਕਰਦਾ ਹੈ। ਕਦਮ ਕਦਮ ਤੇ ਮਨੁੱਖ ਨੂੰ ਚਿੰਤਾ ਹੈ। ਜਿੱਥੇ ਗਰੀਬ ਨੂੰ ਚਿੰਤਾ ਵੀ ਧਨ ਕਮਾ ਲਵਾਂ, ਉੱਥੇ ਅਮੀਰ ਨੂੰ ਚਿੰਤਾ ਵੀ ਧਨ ਨੂੰ ਮੈਂ ਸੰਭਾਲਾਂ ਕਿਵੇਂ। ਬਚਨ ਹੁੰਦਾ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ। ਜਿਹਦੇ ਕੋਲੇ ਧਨ ਨਹੀਂ ਉਹ ਚਿੰਤਾ ਵਿੱਚ ਹੈ ਵੀ ਧਨ ਕਿਵੇਂ ਆਵੇ, ਧਨ ਕਿਵੇਂ ਕਮਾਵਾਂ, ਆਪਣੀ ਗਰੀਬੀ ਨੂੰ ਕਿਵੇਂ ਦੂਰ ਕਰਾਂ। ਜਿਹਦੇ ਕੋਲੇ ਧਨ ਬਹੁਤ ਹੈ, ਚੋਖਾ ਧਨ ਹੈ, ਉਹ ਚਿੰਤਾ ਵਿੱਚ ਹੈ ਵੀ ਮੈਂ ਇਸ ਧਨ ਨੂੰ ਲੁਕਾਵਾਂ ਕਿਵੇਂ, ਸਾਂਭਾਂ ਕਿਵੇਂ। ਹੁਣ ਜਿੱਥੇ ਕਿਸੇ ਨੂੰ ਕੋਈ ਰੋਗ ਹੈ, ਆਪਣੇ ਰੋਗ ਨੂੰ ਲੈ ਕੇ ਚਿੰਤਾ ਵਿੱਚ, ਉੱਥੇ ਜਿਹੜਾ ਤੰਦਰੁਸਤ ਮਨੁੱਖ ਹੈ ਉਹ ਵੀ ਚਿੰਤਾ ਵਿੱਚ ਹੈ। ਜਿੱਥੇ ਅਨਪੜ੍ਹ ਬੰਦਾ ਚਿੰਤਾ ਵਿੱਚ ਜੀਵਨ ਬਤੀਤ ਕਰੇ, ਉੱਥੇ ਪੜ੍ਹਿਆ ਲਿਖਿਆ ਉਹ ਵੀ ਚਿੰਤਾ ਵਿੱਚ ਹੈ, ਉਹਨੂੰ ਵੀ ਕੋਈ ਨਾ ਕੋਈ ਚਿੰਤਾ ਲੱਗੀ ਹੋਈ ਹੈ। ਕਹਿਣ ਤੋਂ ਭਾਵ ਸਾਰਾ ਸੰਸਾਰ ਚਿੰਤਾ ਵਿੱਚ ਗ੍ਰਸਤ ਹੈ। ਇੱਕ ਗੱਲ ਧਿਆਨ ਦੇਣਾ, ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਮਨੁੱਖ ਆਪਣੇ ਆਪ ਨੂੰ ਕਰਤਾ ਸਮਝ ਬਹਿੰਦਾ ਹੈ। ਕਰਤਾ ਵੀ ਮੈਂ ਹੀ ਹਾਂ, ਵੀ ਮੈਂ ਕੰਮ ਕਰਾਂਗਾ ਤੇ ਕੰਮ ਹੋਵੇਗਾ, ਮੈਂ ਧਨ ਕਮਾ ਕੇ ਲਿਆਵਾਂਗਾ ਤੇ ਧਨ ਆਵੇਗਾ, ਮੈਂ ਪਰਿਵਾਰ ਲਈ ਰਿਜ਼ਕ ਕਮਾ ਰਿਹਾ। ਵੀ ਜਦੋਂ ਆਪਣੇ ਆਪ ਨੂੰ ਕਰਤਾ ਸਮਝ ਬਹਿੰਦਾ ਹੈ ਨਾ, ਉਦੋਂ ਚਿੰਤਾ ਪੈਦਾ ਹੁੰਦੀ ਹੈ। ਕਰਤਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਸਾਨੂੰ ਇਸ ਗੱਲ ਦੀ ਸਮਝ ਲੱਗ ਜਾਵੇਗੀ ਵੀ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਸਭ ਦੀ ਚਿੰਤਾ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਸਾਨੂੰ ਬਾਰ-ਬਾਰ ਸਮਝਾ ਰਹੇ ਨੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉਤੈ ਹਟ ਨਾ ਚੱਲੇ ਨਾ ਕੋ ਕਿਰਸ ਕਰੇ। 84 ਲੱਖ ਮੁਕੰਮਲ ਜੂਨਾਂ ਮੰਨੀਆਂ ਗਈਆਂ ਨੇ, ਜਿਹਦੇ ਵਿੱਚੋਂ 42 ਲੱਖ ਜਿਹੜੀਆਂ ਜੂਨਾਂ ਨੇ ਉਹ ਪਾਣੀ ਵਿੱਚ ਨੇ, 42 ਲੱਖ ਜੀਵ। ਹੁਣ ਗੁਰੂ ਸਾਹਿਬ ਆਖਦੇ ਨੇ, ਉਹਨਾਂ ਵੱਲ ਵੇਖ ਭਾਈ, ਤੂੰ ਕਿਉਂ ਚਿੰਤਾ ਵਿੱਚ ਐ? ਵੀ ਉੱਥੇ ਨਾ ਤਾਂ ਕੋਈ ਦੁਕਾਨ ਚੱਲਦੀ ਹੈ, ਨਾ ਉੱਥੇ ਕੋਈ ਸੌਦਾ ਵਪਾਰ ਹੁੰਦਾ ਹੈ। ਉਹਨਾਂ ਦਾ ਰਿਜ਼ਕ ਪਰਮਾਤਮਾ ਨੇ ਪਾਣੀ ਦੇ ਅੰਦਰ ਹੀ ਪੈਦਾ ਕੀਤਾ ਹੋਇਆ ਹੈ। ਵੀ ਤੈਨੂੰ ਕਿਸ ਗੱਲ ਦੀ ਚਿੰਤਾ? ਆਪਣਾ ਉਹ ਵਕਤ ਯਾਦ ਕਰ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਭਾਈ, ਤੂੰ ਕੁਝ ਕਰਨ ਦੇ ਯੋਗਾ ਨਹੀਂ ਸੀ, ਤੇਰੀ ਕੋਈ ਸਮਰੱਥਾ ਨਹੀਂ ਸੀ। ਮਾਂ ਦੇ ਗਰਭ ਵਿੱਚ ਵੀ ਪਰਮਾਤਮਾ ਨੇ ਤੈਨੂੰ ਰਿਜ਼ਕ ਦਿੱਤਾ, ਤੇਰੀ ਰੱਖਿਆ ਕੀਤੀ, ਤੈਨੂੰ ਪਾਲਿਆ। ਤੂੰ ਚਿੰਤਾ ਛੱਡ ਕੇ ਚਿੰਤਨ ਕਰ ਉਸ ਮਾਲਕ ਨੂੰ, ਨਾ ਵਿਸਾਰ ਜਿਹਨੇ ਮਾਂ ਦੇ ਗਰਭ ਵਿੱਚ ਵੀ ਤੇਰੀ ਰੱਖਿਆ ਕੀਤੀ, ਤੈਨੂੰ ਰਿਜ਼ਕ ਪਹੁੰਚਾਇਆ। ਬਚਨ ਹੁੰਦਾ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋਂ ਵਿਸਾਰੀਐ। ਵੀ ਜਿਸ ਪਰਮਾਤਮਾ ਨੇ ਮਾਂ ਦੇ ਉਦਰ ਤੋਂ ਭਾਵ ਪੇਟ ਵਿੱਚ ਭਾਈ ਤੇਰੀ ਰੱਖਿਆ ਕੀਤੀ, ਤੈਨੂੰ ਬਚਾ ਕੇ ਰੱਖਿਆ, ਅੱਜ ਤੂੰ ਧਨ ਕਮਾਉਣ ਜੋਗਾ ਹੋ ਗਿਆ। ਉਸ ਵਕਤ ਨੂੰ ਯਾਦ ਕਰ ਜਦੋਂ ਪਰਮਾਤਮਾ ਨੇ, ਤੂੰ ਕੁਝ ਵੀ ਕਰਨ ਦੇ ਯੋਗ ਨਹੀਂ ਸੀ, ਮਾਂ ਦੇ ਗਰਭ ਵਿੱਚ ਹੀ ਤੇਰੀ ਰੱਖਿਆ ਕੀਤੀ। ਗੁਰੂ ਸਾਹਿਬ ਆਖਦੇ ਤੈਨੂੰ ਰਿਜ਼ਕ ਦਿੱਤਾ, ਫਿਰ ਤੈਨੂੰ ਚਿੰਤਾ ਕਿਸ ਗੱਲ ਦੀ? ਵੀ ਕਹਿਣ ਤੋਂ ਭਾਵ ਤੂੰ ਆਪਣੇ ਆਪ ਨੂੰ ਕਰਤਾ ਨਾ ਸਮਝ, ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਤੂੰ ਉਦਮ ਕਰਨਾ, ਦੇਖੋ ਉਦਮ ਕਰਨਾ ਪੈਂਦਾ ਹੈ। ਆਲਸੀ ਮਨੁੱਖ ਦੀ ਇਸ ਸੰਸਾਰ ਤੇ ਵੀ ਕੋਈ ਇੱਜ਼ਤ ਨਹੀਂ। ਉਦਮੀ ਬਣ, ਉਦਮ ਕਰ, ਤੂੰ ਮਿਹਨਤ ਕਰ, ਮਿਹਨਤ ਦੇ ਨਾਲ ਨਾਲ ਪ੍ਰਮਾਤਮਾ ਦਾ ਚਿੰਤਨ ਕਰ, ਫਿਰ ਤੂੰ ਚਿੰਤਾ ਤੋਂ ਮੁਕਤ ਹੋ ਜਾਵੇਂਗਾ। ਵੀ ਇਕੱਲੀ ਮਿਹਨਤ ਹੀ ਕਰੀ ਜਾ ਤੇ ਵਾਹਿਗੁਰੂ ਨੂੰ ਨਾ ਯਾਦ ਕਰ, ਕੇਵਲ ਕੰਮ ਧੰਦਿਆਂ ਵਿੱਚ ਹੀ ਗਲਤਾਨ ਹੋ ਜਾ, ਪਰਮੇਸ਼ਰ ਦਾ ਨਾਮ ਤੇਰੇ ਜੀਵਨ ਵਿੱਚ ਨਾ ਹੋਵੇ, ਫਿਰ ਕਹਿੰਦੇ ਭਾਈ ਤੂੰ ਚਿੰਤਾ ਤੋਂ ਮੁਕਤ ਨਹੀਂ ਹੋ ਸਕਦਾ। ਉੱਠਿਆ ਉੱਠ ਕੇ ਆਪਣੇ ਕੰਮ ਧੰਦੇ ਵਿੱਚ ਲੱਗ ਗਿਆ, ਫਿਰ ਚਿੰਤਾ ਤੋਂ ਮੁਕਤ ਕਿਵੇਂ ਹੋਵੇਂਗਾ? ਸਭ ਤੋਂ ਪਹਿਲਾਂ ਤੇਰਾ ਫਰਜ਼ ਹੈ ਉੱਠ ਕੇ ਉਸ ਮਾਲਕ ਨੂੰ ਯਾਦ ਕਰ,
ਜਿਸ ਮਾਲਕ ਦੀ ਕਿਰਪਾ ਦੇ ਨਾਲ ਤੇਰਾ ਸਰੀਰ ਸਵਸਥ ਹੈ, ਤੇਰੇ ਹੱਥ ਪੈਰ ਠੀਕ ਨੇ, ਤੂੰ ਭਾਈ ਵੇਖ ਸਕਦਾ ਹੈ, ਸੁਣ ਸਕਦਾ ਹੈ, ਤੁਰ ਫਿਰ ਸਕਦਾ ਹੈ। ਧਨ ਵੀ ਤਾਂਹੀਓ ਕਮਾਵੇਂਗਾ ਭਾਈ ਜੇ ਸਰੀਰ ਠੀਕ ਹੋਵੇਗਾ। ਤੇਰੇ ਸਰੀਰ ਨੂੰ ਕੋਈ ਰੋਗ ਨਹੀਂ, ਤੇਰੇ ਅੰਗ ਸਹੀ ਸਲਾਮਤ ਨੇ। ਗੁਰੂ ਸਾਹਿਬ ਆਖਦੇ ਨੇ ਬਸ ਮਾਲਕ ਨੂੰ ਯਾਦ ਕਰ, ਚਿੰਤਨ ਕਰ। ਜਿਸ ਦਿਨ ਚਿੰਤਨ ਕਰੇਗਾ ਤੇ ਚਿੰਤਾ ਤੋਂ ਮੁਕਤ ਹੋ ਜਾਵੇਗਾ। ਬਲਕਿ ਇਸ ਗੱਲ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਭਾਈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇੱਕ ਛੋਟੇ ਬੱਚੇ ਨੂੰ ਵੇਖੋ, ਧਿਆਨ ਮਾਰੋ, ਸਾਰਿਆਂ ਦੇ ਪਰਿਵਾਰ ਵਿੱਚ ਬੱਚੇ ਨੇ। ਉਸ ਛੋਟੇ ਬੱਚੇ ਨੂੰ ਕੋਈ ਚਿੰਤਾ ਨਹੀਂ ਵੀ ਕੱਪੜੇ ਕਿੱਥੋਂ ਆਉਣੇ ਨੇ, ਜਿਹੜਾ ਮੈਂ ਭੋਜਨ ਖਾਣਾ ਕਿੱਥੋਂ ਆਵੇਗਾ, ਉਹਨੂੰ ਕੋਈ ਚਿੰਤਾ ਨਹੀਂ, ਕਿਸੇ ਗੱਲ ਦੀ ਫਿਕਰ ਨਹੀਂ। ਉਹ ਖੁਸ਼ ਹੈ, ਤੁਰਿਆ ਫਿਰ ਰਿਹਾ। ਚਿੰਤਾ ਕਿਹਨੂੰ ਹੈ? ਉਹਦੇ ਮਾਂ-ਬਾਪ ਨੂੰ। ਮੈਨੂੰ ਵਧੀਆ ਬਸਤਰ ਪਹਿਨਾਣੇ ਨੇ, ਇਹਨੂੰ ਖਾਣ ਵਾਸਤੇ ਖਾਣਾ ਦੇਣਾ ਹੈ, ਇਹਨੂੰ ਪੜ੍ਹਨ ਵਾਸਤੇ ਭੇਜਣਾ ਹੈ। ਉਹਦੇ ਮਾਂ-ਬਾਪ ਨੂੰ ਚਿੰਤਾ ਹੈ, ਬੱਚੇ ਨੂੰ ਕੋਈ ਚਿੰਤਾ ਨਹੀਂ। ਗੁਰੂ ਸਾਹਿਬ ਆਖਦੇ ਨੇ ਉਹ ਮਾਲਕ ਬੈਠਾ ਹੈ, ਸਭਨਾਂ ਦਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਉਹਨੂੰ ਸਭਨਾਂ ਦੀ ਚਿੰਤਾ ਹੈ ਭਾਈ, ਤੂੰ ਫਿਰ ਚਿੰਤਾ ਕਿਉਂ ਕਰ ਰਿਹਾ? ਉਸ ਪਰਿਪੂਰਨ ਪਰਮਾਤਮਾ ਨੇ ਤਾਂ ਹਰੇਕ ਦਾ ਇੰਤਜ਼ਾਮ ਕੀਤਾ ਹੋਇਆ ਹੈ। ਆਪਾਂ ਬਚਨ ਪੜ੍ਹਦੇ ਹਾਂ ਰਹਿਰਾਸ ਸਾਹਿਬ ਜੀ ਦੇ ਅੰਦਰ, ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਸਿੱਖ ਸਾਈਦੀ ਫਕੀਰ ਹੋਇਆ ਇੱਕ, ਆਪਣੇ ਚੇਲਿਆਂ ਦੇ ਨਾਲ ਤੁਰਿਆ ਜਾ ਰਿਹਾ। ਇੱਕ ਚੇਲਾ ਪੁੱਛਦਾ ਹੈ ਵੀ ਪਰਮਾਤਮਾ ਇੱਕ ਹੈ, ਇੰਨਾ ਵੱਡਾ ਸੰਸਾਰ, ਇੰਨੇ ਭਾਂਤ ਭਾਂਤ ਦੇ ਜੀਵ ਪਰਮਾਤਮਾ ਨੇ ਸਾਜੇ ਨੇ, ਕਿ ਉਹਨੂੰ ਚੇਤਾ ਹੋਵੇਗਾ ਹਰੇਕ ਨੂੰ ਰਿਜ਼ਕ ਦੇਣਾ ਹੈ। ਸਿੱਖ ਸਾਈਦੀ ਬੋਲਿਆ ਕੁਝ ਨਹੀਂ, ਕਹਿੰਦਾ ਮੇਰੇ ਪਿੱਛੇ ਹੁੰਦਾ ਰਹੋ। ਹੁਣ ਤੁਰਦੇ ਤੁਰਦੇ ਜਦੋਂ ਪਹੁੰਚੇ, ਉੱਥੇ ਪੱਥਰਾਂ ਨੂੰ ਤੋੜਿਆ ਜਾ ਰਿਹਾ ਸੀ। ਸਿੱਖ ਸਾਈਦੀ ਬਹੁਤ ਵੱਡੇ ਪੱਥਰ ਤੇ ਬਹਿ ਗਿਆ ਤੇ ਨਾਲ ਅਣਗਿਣਤ ਚੇਲੇ ਨੇ। ਉਹ ਚੇਲਾ ਵੀ ਨਾਲ ਹੈ ਜਿਹਨੇ ਸਵਾਲ ਕੀਤਾ ਸੀ। ਹੁਣ ਉਹਨਾਂ ਦੇ ਸਾਹਮਣੇ ਜਦੋਂ ਬਹੁਤ ਵੱਡਾ ਪੱਥਰ ਤੋੜਿਆ, ਦੋ ਟੁਕੜੇ ਹੋਏ, ਉਹਦੇ ਚੋਂ ਕੀੜਾ ਨਿਕਲਿਆ, ਉਹਦੇ ਮੂੰਹ ਵਿੱਚ ਚਾਵਲ ਦਾ ਦਾਣਾ ਸੀ। ਸਿੱਖ ਸਾਈਦੀ ਕਹਿੰਦਾ ਆ ਵੇਖ, ਇਹ ਪੱਥਰ ਦੇ ਅੰਦਰ ਹੀ ਪੈਦਾ ਹੋਇਆ, ਕਦੇ ਬਾਹਰ ਨਹੀਂ ਗਿਆ। ਪਰਮਾਤਮਾ ਨੇ ਇਹਦਾ ਰਿਜ਼ਕ ਪੱਥਰ ਦੇ ਅੰਦਰ ਹੀ ਪੈਦਾ ਕੀਤਾ। ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਉਸ ਪਰਮਾਤਮਾ ਨੂੰ ਹਰੇਕ ਦਾ ਚੇਤੇ ਹੈ, ਹਰੇਕ ਨੂੰ ਰਿਜ਼ਕ ਵੀ ਦੇ ਰਿਹਾ ਹੈ, ਪਹਿਨਣ ਵਾਸਤੇ ਦੇ ਰਿਹਾ, ਖਾਣ ਵਾਸਤੇ ਦੇ ਰਿਹਾ। ਭਾਈ ਤੂੰ ਚਿੰਤਾ ਨਾ ਕਰ, ਉਸ ਮਾਲਕ ਦਾ ਚਿੰਤਨ ਕਰ। ਤੇ ਬਿਲਕੁਲ ਸੱਚਾਈ ਵਿੱਚ ਹੋਰ ਉਦਾਹਰਨ ਹੁੰਦੀ ਹੈ। ਉਂਝ ਇੱਕ ਪੰਛੀ ਹੈ, ਊਡੇ ਊੜ ਆਵੇ ਸਹਿ ਕੋਸਾ, ਤਿਸ ਪਾਛੈ ਬਛਰੇ ਚਰਿਆ, ਤਿਨ ਕਵਣ ਖਿਲਾਵੇ ਕਵਣ ਚਗਾਵੇ, ਮਨ ਵਿੱਚ ਸਿਮਰਨ ਕਰਿਆ। ਇਹ ਪੰਛੀ ਨੇ ਅੰਡੇ ਦੇ ਕੇ ਵਾਪਸ ਮੁੜ ਜਾਂਦੇ ਨੇ। ਦੇਖੋ ਆਪਣੇ ਆਪ ਬੱਚਾ ਅੰਡੇ ਵਿੱਚੋਂ ਨਿਕਲਦਾ, ਮਾਂ ਕੋਲ ਨਹੀਂ ਵੀ ਉਹਦੀ ਪਰਵਰਿਸ਼ ਕਰੇ, ਉਹਨੂੰ ਦਾਣਾ ਚੁਗਾਵੇ, ਪਰ ਬੱਚੇ ਪਲਦੇ ਨੇ। ਸੋ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਚਿੰਤਾ ਨਾ ਕਰ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਤੂੰ ਕਾਹੇ ਡੋਲੇ ਪ੍ਰਾਣੀਆ, ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਹੈ, ਜਿਹਨੇ ਤੇਰੇ ਪੈਦਾ ਹੋਣ ਤੋਂ ਪਹਿਲਾਂ ਵੀ ਤੇਰਾ ਇੰਤਜ਼ਾਮ ਕੀਤਾ। ਤੂੰ ਸੰਸਾਰ ਤੇ ਆਇਆ, ਜਿਹਨੇ ਮਾਂ ਦੇ ਗਰਭ ਵਿੱਚ ਤੈਨੂੰ ਰਿਜ਼ਕ ਦਿੱਤਾ। ਜਦੋਂ ਹੁਣ ਤੂੰ ਸੰਸਾਰ ਤੇ ਆਇਆ ਭਾਈ, ਹੁਣ ਤੈਨੂੰ ਕਿਉਂ ਨਹੀਂ ਰਿਜ਼ਕ ਦੇਵੇਗਾ? ਦੇਵੇਗਾ। ਪਰ ਮਨੁੱਖ ਕਹਿ ਸਕਦੇ ਆ ਵੀ ਮਨੁੱਖ ਚਿੰਤਾ ਤੋਂ ਮੁਕਤ ਹੋਣਾ ਹੀ ਨਹੀਂ ਚਾਹੁੰਦਾ। ਚਿੰਤਾ ਤੋਂ ਮੁਕਤ ਹੋਣਾ ਹੀ ਨਹੀਂ ਆਪਾਂ ਚਾਹੁੰਦੇ। ਚਿੰਤਾ ਤੋਂ ਮੁਕਤ ਹੋਇਆ ਜਾ ਸਕਦਾ। ਦੇਖੋ ਚਿੰਤਾ ਕਰਨ ਦੇ ਨਾਲ ਕੋਈ ਮਸਲਾ ਹੱਲ ਹੋਇਆ? ਆਪਾਂ ਸਾਰੇ ਬੈਠੇ ਆ, ਦੇਖੋ ਕੋਈ ਨਾ ਕੋਈ ਚਿੰਤਾ ਮਨ ਅੰਦਰ ਬਣੀ ਰਹਿੰਦੀ ਹੈ। ਕਿਸ ਨੂੰ ਬੱਚੇ ਦੀ ਚਿੰਤਾ, ਬੱਚਾ ਸੈੱਟ ਕਰਨਾ ਹੈ। ਪੁੱਤਰ ਨੂੰ ਪਿਓ ਦੀ ਚਿੰਤਾ, ਪਿਓ ਨੂੰ ਪੁੱਤਰ ਦੀ ਚਿੰਤਾ, ਰਿਜ਼ਕ ਦੀ, ਖਾਣ ਦੀ, ਪਹਿਨਣ ਦੀ। ਵੀ ਕਹਿ ਸਕਦੇ ਆ ਕਦਮ ਕਦਮ ਤੇ ਚਿੰਤਾ ਹੈ। ਪਰ ਗੁਰੂ ਸਾਹਿਬ ਆਖਦੇ ਨੇ ਚਿੰਤਾ ਭਾਈ ਉਦੋਂ ਹੀ ਹੈ ਜਦੋਂ ਤੂੰ ਆਪਣੇ ਆਪ ਨੂੰ ਕਰਤਾ ਸਮਝ ਰਿਹਾ। ਜਿਸ ਦਿਨ ਤੈਨੂੰ ਸਮਝ ਲੱਗ ਗਈ ਵੀ ਸਭ ਕੁਝ ਮਾਲਕ ਕਰਨ ਵਾਲਾ ਹੈ, ਹੁਣ ਤੱਕ ਜੋ ਹੋਇਆ ਆਪਣੇ ਜੀਵਨ ਅੰਦਰ ਸਾਰੇ ਝਾਤ ਮਾਰ ਕੇ ਵੇਖੋ ਵੀ ਐਸੇ ਵੀ ਪਰਮਾਤਮਾ ਨੇ ਕਿਰਪਾ ਵਰਤਾਈ ਹੈ, ਐਸੇ ਵੀ ਕਾਰਜ ਹੋਏ ਨੇ
ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਨਹੀਂ ਕੀਤੀ ਸੀ। ਵੱਡੇ ਵੱਡੇ ਕੰਮ ਜੋ ਆਪਣੇ ਆਪ ਹੋ ਗਏ, ਵੀ ਉਹ ਮਾਲਕ ਕਰਤਾ ਹੈ। ਬਸ ਉਹਨੂੰ ਯਾਦ ਕਰ, ਚਿੰਤਾ ਛੱਡ ਕੇ ਚਿੰਤਨ ਕਰ, ਫਿਰ ਚਿੰਤਾ ਤੋਂ ਮੁਕਤ ਹੋ ਜਾਵੇਂਗਾ। ਜਿਸ ਦਿਨ ਤੂੰ ਚਿੰਤਨ ਕਰਨਾ ਸ਼ੁਰੂ ਕਰ ਦਿੱਤਾ, ਉਸ ਦਿਨ ਭਾਈ ਤੇਰਾ ਕੋਈ ਕੰਮ ਨਹੀਂ ਰੁਕੇਗਾ। ਕਹਿ ਸਕਦੇ ਜੀਵਨ ਵਿੱਚ ਤੈਨੂੰ ਸਫਲਤਾ ਹੀ ਸਫਲਤਾ ਪ੍ਰਾਪਤ ਹੋਵੇਗੀ, ਸਾਰੇ ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਤੂੰ ਭਾਈ ਆਤਮਿਕ ਆਨੰਦ ਨੂੰ ਮਾਣੇਗਾ, ਜੀਵਨ ਅੰਦਰ ਖੇੜਾ ਪੈਦਾ ਹੋ ਜਾਵੇਗਾ ਜਿਸ ਨੇ ਤੂੰ ਮਾਲਕ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ। ਜੀਵਨ ਅਸੀਂ ਬਹੁਤ ਵਾਰ ਚਿੰਤਾ ਕੀਤੀ ਹੈ, ਕਈ ਕੰਮਾਂ ਨੂੰ ਲੈ ਕੇ। ਚਿੰਤਾ ਕਰਨ ਦੇ ਨਾਲ ਕਿਸੇ ਦਾ ਕੋਈ ਕੰਮ ਬਣਿਆ ਨਹੀਂ ਬਣਦਾ। ਹਾਂ, ਉਸ ਮਾਲਕ ਨੂੰ ਚੇਤੇ ਕਰ, ਵੱਡੇ ਤੋਂ ਵੱਡਾ ਤੇਰਾ ਰੁਕਿਆ ਹੋਇਆ ਕੰਮ ਵੀ ਮਾਲਕ ਨੇ ਬਣਾ ਦੇਣਾ। ਉਹਦੇ ਵਿੱਚ ਵੀ ਤੈਨੂੰ ਸਫਲਤਾ ਮਿਲੇਗੀ, ਕਾਮਯਾਬੀ ਮਿਲੇਗੀ, ਤੇ ਮਿਲੀ ਵੀ ਹੈ ਤੇ ਅੱਗੋਂ ਮਿਲੇਗੀ ਵੀ। ਸੋ ਸਾਧ ਸੰਗਤ ਜੀ, ਗੁਰਬਾਣੀ ਤਾਂ ਸਾਨੂੰ ਬਾਰ-ਬਾਰ ਸਮਝਾਉਂਦੀ ਹੈ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਵੀ ਤੂੰ ਕਿਉਂ ਚਿੰਤਾ ਕਰ ਰਿਹਾ? ਚਿੰਤਾ ਉਸ ਮਾਲਕ ਨੂੰ ਹੈ, ਅਸੀਂ ਉਹਦੇ ਬੱਚੇ ਹਾਂ। ਜਿਵੇਂ ਇੱਕ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਚਿੰਤਾ ਰਹਿੰਦੀ ਹੈ, ਇਸ ਤਰ੍ਹਾਂ ਹੀ ਪ੍ਰਮਾਤਮਾ ਨੂੰ ਚਿੰਤਾ ਹੈ ਸਾਡੀ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਕਿਸੇ ਦੇ ਮਨ ਅੰਦਰ ਵੀ ਕੋਈ ਚਿੰਤਾ ਫਿਕਰ ਹੈ ਨਾ, ਉਹਦਾ ਤਿਆਗ ਕਰੋ। ਤਿਆਗ ਕਰਨਾ ਹੈ ਬੜਾ ਔਖਾ, ਚਿੰਤਾ ਆਪਣੇ ਆਪ ਮਨ ਅੰਦਰ ਪੈਦਾ ਹੋ ਜਾਂਦੀ ਹੈ। ਮਨੁੱਖ ਜਿੰਨਾ ਮਰਜ਼ੀ ਯਤਨ ਕਰੇ, ਇਹ ਆਪਣੇ ਆਪ ਮਨ ਅੰਦਰ ਦੁਆਰਾ ਫਿਰ ਖਿਆਲ ਤੁਰ ਪੈਂਦਾ ਹੈ। ਪਰ ਗੁਰੂ ਸਾਹਿਬ ਆਖਦੇ ਨੇ, ਭਾਈ ਬਸ ਇੱਕੋ ਇੱਕ ਆਪਣੇ ਜੀਵਨ ਦਾ ਮਨੋਰਥ ਬਣਾ ਵੀ ਵਾਹਿਗੁਰੂ ਨੂੰ ਸਿਮਰਨਾ ਹੈ, ਵਾਹਿਗੁਰੂ ਦੀ ਇਬਾਦਤ ਕਰਨੀ ਹੈ। ਜਦੋਂ ਆਪਾਂ ਭਜਨ ਬੰਦਗੀ ਕਰਾਂਗੇ, ਫਿਰ ਚਿੰਤਾ ਤੋਂ ਮੁਕਤੀ ਮਿਲੇਗੀ। ਭਜਨ ਬੰਦਗੀ ਕਰਾਂਗੇ, ਸਾਡੇ ਰੁਕੇ ਹੋਏ ਕੰਮ ਬਣ ਜਾਣਗੇ। ਭਜਨ ਬੰਦਗੀ ਕਰਾਂਗੇ, ਘਰ ਦਾ ਵਾਤਾਵਰਨ ਸ਼ੁੱਧ ਹੋਵੇਗਾ। ਕਿਉਂਕਿ ਜਦੋਂ ਮਾਂ-ਬਾਪ ਨਾਮ ਦੇ ਰੱਸੇ ਹੋਣ, ਉਹਨਾਂ ਨੂੰ ਵੇਖ ਕੇ ਬੱਚੇ ਵੀ ਨਾਮ ਜਪਣਗੇ, ਵੀ ਘਰ ਦਾ ਮਾਹੌਲ ਸ਼ੁੱਧ ਹੋਵੇਗਾ। ਸਾਡੇ ਜੀਵਨ ਦਾ ਮਨੋਰਥ ਹੀ ਬਾਣੀ ਪੜ੍ਹਨਾ। ਬਾਣੀ ਪੜ੍ਹਨ ਵਾਸਤੇ ਆਪਾਂ ਸੰਸਾਰ ਤੇ ਆਏ ਹਾਂ। ਆਇਓ ਸੁਣਨ ਪੜ੍ਹਨ ਕੋ ਬਾਣੀ, ਉਹ ਗੱਲ ਵੱਖਰੀ ਹੈ। ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਅਸੀਂ ਲਾਲਚ ਦੇ ਵਸ ਪੈ ਗਏ ਹਾਂ। ਸੋ ਸਾਧ ਸੰਗਤ ਜੀ, ਚਿੰਤਾ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਇਹੀ ਜੁਗਤੀ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਸਮਝਾਈ ਹੈ। ਚਿੰਤਨ ਕਰਨਾ, ਮਾਲਕ ਨੂੰ ਚੇਤੇ ਕਰ, ਭਾਈ ਤੇਰੀ ਹਰੇਕ ਚਿੰਤਾ ਦੂਰ ਹੋ ਜਾਵੇਗੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਉਹਨੂੰ ਚਿੰਤਾ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਸੋ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਸਾਨੂੰ ਵੀ ਗੁਰੂ ਸਾਹਿਬ ਨਾਮਦਾਨ ਗੁਰਸਿੱਖੀ ਜੀਵਨ ਭਰੋਸੇ ਦੀ ਦਾਤ ਬਖਸ਼ਿਸ਼ ਕਰਨ। ਅਰਦਾਸ ਕਰੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁਲਾਂ ਚੁਕਾਂ ਦੇ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।